ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਹੜੀ ਆਪਾਂ ਸਿੱਧਾਂ ਦੇ ਨਾਲ ਗੋਸ਼ਟ ਹੋਈ ਗੁਰੂ ਨਾਨਕ ਸਾਹਿਬ ਦੀ, ਜਪਜੀ ਸਾਹਿਬ ਦੀ, ਉਹਦੇ ਉੱਤੇ ਆਪਾਂ ਵਿਚਾਰ ਗੋਸ਼ਟ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਨਸ਼ੇ ਦਾ ਸੇਵਨ ਕਰਨ ਵਾਸਤੇ ਕਿਹਾ ਹੈ। ਵੈਸੇ ਤਾਂ ਉਹ ਹੋਰ ਵੀ ਨਸ਼ੇ ਹੋ ਸਕਦਾ ਕਰਦੇ ਹੋਣ, ਪਰ ਗੁਰੂ ਨਾਨਕ ਸਾਹਿਬ ਦੇ ਅੱਗੇ ਉਹਨੇ 2 ਨਸ਼ੇ ਪੇਸ਼ ਕੀਤੇ ਨੇ। ਅੱਜ ਸਰਕਾਰਾਂ ਰੌਲਾ ਪਾਉਂਦੀਆਂ ਨੇ ਨਸ਼ੇ ਦੇ ਉੱਤੇ, ਨੌਜਵਾਨੀ ਖਤਮ ਹੋ ਗਈ ਨਸ਼ੇ ਵਿੱਚ, ਪਰ ਇਹ ਨਸ਼ਾ ਆਦਿ ਕਾਲ ਤੋਂ ਰਿਹਾ ਹੈ। ਲੋਕ ਪੀਂਦੇ ਰਹੇ ਨੇ। ਘਰ ਘਰ ਦੇ ਵਿੱਚ ਕਿਤੇ ਕੋਈ ਸਮਾਂ ਸੀ ਘਰ ਘਰ ਵਿੱਚ ਹੁੱਕੇ ਹੁੰਦੇ ਸਨ। ਜਦੋਂ ਪੰਜਾਬ ਦੇ ਅੰਦਰ ਮੁਸਲਮਾਨ ਵੱਸਦੇ ਸੀ 47 ਦੀ ਵੰਡ ਤੋਂ ਪਹਿਲਾਂ, ਉਦੋਂ ਹੁੱਕੇ ਪੀਂਦੇ ਸਨ ਲੋਕ। ਜਦੋਂ ਮੁਸਲਮਾਨਾਂ ਦੀ ਜੰਝ ਜਾਣੀ ਤੇ ਹੁੱਕੇ ਲੈ ਕੇ ਜਾਣਾ ਨਾਲ, ਹੁੱਕਿਆਂ ਦੇ ਵਿੱਚ ਤੰਬਾਕੂ ਪਾ ਕੇ ਪੀਣਾ ਉਹਨਾਂ ਨੇ। ਅਤੇ ਹੋਰਾਂ ਦੀ ਜਦੋਂ ਜੰਝ ਜਾਣੀ, ਲੋਕਾਂ ਦੀ ਵਿਆਹ ਪੈਲਸ, ਹੁਣ ਉਦੋਂ ਪੈਲਸ 'ਚ ਨਹੀਂ ਹੁੰਦੇ, ਪਿੰਡਾਂ ਦੇ ਵਿੱਚ ਹੀ ਜੰਝ ਘਰ ਹੁੰਦੇ ਸੀ, ਉੱਥੇ ਵਿਆਹ ਹੁੰਦੇ ਸੀ। ਅਤੇ ਉਦੋਂ ਸ਼ਰਾਬ ਦੀਆਂ ਕੈਨੀਆਂ ਖੜਨੀਆਂ, ਪੀਣੀ। ਇਹ ਸਦਾ ਤੋਂ ਹੀ ਮੁਸ਼ਕਿਲ ਖੜੀ ਰਹੀ ਹੈ ਅਤੇ ਮੁਸ਼ਕਿਲ ਰਹਿਣੀ ਹੈ। ਜੋ ਮਨੁੱਖ ਬੇਚੈਨ ਪਰੇਸ਼ਾਨ ਹੁੰਦਾ ਜਾਏਗਾ, ਤਿਉਂ ਤੋਂ ਇਸ ਨੂੰ ਨਸ਼ੇ ਦੀ ਲੋੜ ਪੈਣੀ ਹੈ। ਬੇਚੈਨੀ ਨੂੰ ਦੂਰ ਕਰਨ ਦਾ ਇੱਕ ਵਧੀਆ ਤਰੀਕਾ ਜੋ ਮਨੁੱਖ ਦੇ ਕੋਲ ਨਸ਼ਾ ਹੈ। ਪਰ ਜਦੋਂ ਬੇਚੈਨੀ ਖਤਮ ਹੋ ਜਾਂਦੀ, ਫਿਰ ਬੰਦਾ ਆਪਣੇ ਆਪ ਆਨੰਦ ਵਿੱਚ ਹੋ ਜਾਂਦਾ ਹੈ। ਅਤੇ ਨਸ਼ੇ ਤੋਂ ਉੱਪਰ ਕੁਛ ਨਹੀਂ ਹੈ ਤਰੀਕਾ ਬੇਚੈਨੀ ਨੂੰ ਦੂਰ ਕਰਨ ਦਾ। ਹਾਂ, ਕੋਈ ਧਿਆਨ ਸਾਧਨਾ ਕਰਕੇ, ਧਰਮ ਦੀ ਸਾਧਨਾ ਕਰਕੇ, ਰੱਬ ਦੇ ਨਾਂ ਨਾਲ ਜੁੜ ਕੇ ਕੋਈ ਬੇਚੈਨੀ ਤੋਂ, ਪਰੇਸ਼ਾਨੀਆਂ ਤੋਂ ਮੁਕਤ ਹੋ ਗਿਆ। ਉਹ ਸੰਸਾਰ ਉੱਤੇ ਕੋਈ ਬਹੁਤ ਚੰਦ ਬੰਦੇ ਹੁੰਦੇ ਨੇ। ਉਹ ਜਿਹੜੇ ਬੰਦੇ ਹੁੰਦੇ ਨੇ ਹਮੇਸ਼ਾ ਹੀ ਫਿਰ ਮਸਤੀ ਵਿੱਚ ਜੀਂਦੇ ਨੇ, ਆਨੰਦ ਵਿੱਚ ਜੀਂਦੇ ਨੇ। ਜਿਹਨੂੰ ਕਹਿੰਦੇ ਨੇ ਮੈਂ ਬੜੀ ਪਸਤੀ ਸੇ ਗੁਜ਼ਰਾ, ਬੜੀ ਮਸਤੀ ਸੇ ਗੁਜ਼ਰਾ, ਮੈਂ ਬੜੀ ਬੁਲੰਦੀ ਸੇ ਗੁਜ਼ਰਾ, ਬੜੀ ਪਸਤੀ ਸੇ ਗੁਜ਼ਰਾ, ਜਹਾਂ ਸੇ ਵੀ ਗੁਜ਼ਰਾ, ਬੜੀ ਮਸਤੀ ਸੇ ਗੁਜ਼ਰਾ। ਉਹ ਜਿਹੜਾ ਨਸ਼ਾ ਵਾ ਨਾ, ਇੱਕ ਬੂੰਦ ਵੀ ਜਿਹਨੂੰ ਮਿਲ ਜਾਂਦੀ ਉਸ ਦੀ, ਆਪਾਂ ਕਹਿ ਰਹੇ ਸਾਂ, ਉਹ ਅੰਦਰ ਮਸਤੀ ਪੈਦਾ ਕਰਦੀ ਹੈ। ਅਤੇ ਮਸਤ ਬੰਦਾ ਬੇਪਰਵਾਹ ਹੋ ਜਾਂਦਾ ਹੈ। ਬੇਪਰਵਾਹ ਸਦਾ ਰੰਗ ਹਰ ਕੇ, ਜਾਂ ਕੋ ਪਾਕ ਸੁਆਮੀ। ਉਹ ਬੇਪਰਵਾਹੀ ਕੇਵਲ ਸੰਤਾਂ ਦਰਵੇਸ਼ਾਂ ਕੋ, ਨਾਨਕ ਭਗਤਾਂ ਸਦਾ ਵਿਗਾਸ। ਉਹ ਕੇਵਲ ਭਗਤਾਂ ਦੇ ਕੋਲ ਹੈ। ਅਤੇ ਦੁਨੀਆਦਾਰ ਫਿਰ ਮਸਤੀ ਵਿੱਚ ਜਾਣਾ ਚਾਹੁੰਦਾ ਹੈ ਤਾਂ ਨਸ਼ੇ ਨੂੰ ਵਰਤ ਲੈਂਦਾ ਹੈ। ਅਤੇ ਨਸ਼ੇ ਵਿੱਚੋਂ ਹੀ ਮਸਤੀ ਪੈਦਾ ਹੋ ਜਾਂਦੀ ਹੈ। ਯੋਗੀ ਵੀ ਕੁਝ ਨਸ਼ੇ ਕਰਕੇ ਅਤੇ ਮਸਤੀ ਵਿੱਚ ਜੀਂਦੇ ਸੀ, ਅਤੇ ਉਸ ਮਸਤੀ ਨੂੰ ਹੀ ਉਹ ਜ਼ਿੰਦਗੀ ਦੀ ਪ੍ਰਾਪਤੀ ਅਤੇ ਆਨੰਦ ਕਹਿੰਦੇ ਸਨ। ਸਾਹਿਬ ਨੂੰ ਫਿਰ ਉਹ ਨਸ਼ਾ ਕਰਨ ਵਾਸਤੇ ਦਿੱਤਾ ਗਿਆ। ਪਹਿਲਾਂ ਭੰਗ ਦਾ ਪਿਆਲਾ ਦਿੱਤਾ ਗਿਆ। ਸਾਹਿਬ ਕਹਿੰਦੇ ਅਸੀਂ ਭੰਗ ਪੀਤੀ ਹੋਈ ਹੈ ਉਹਦੇ ਨਾਮ ਦੀ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਅਤੀਤ। ਨਸ਼ੇ ਤੋਂ ਬਿਨਾਂ ਫਿਰ ਹੋ ਸਕਦਾ ਅੱਕ, ਧਤੂਰਾ, ਹੋਰ ਵੀ ਕੋਈ ਨਸ਼ੇ ਕਰਦੇ ਹੋਣ। ਗਾਂਜਾ ਪੀਂਦੇ ਸਨ। ਅੱਜ ਵੀ ਜਾ ਕੇ ਵੇਖੋ, ਜਦੋਂ ਕਿਤੇ ਕੁੰਭ ਦੇ ਮੇਲੇ ਲੱਗਦੇ ਨੇ, ਉੱਥੇ ਫਿਰ ਨਾਂਗੇ ਸਾਧੂ ਆਉਂਦੇ ਨੇ ਅਤੇ ਬੜੇ ਬੜੇ ਚਿਲਮ ਉਹਨਾਂ ਦੇ ਕੋਲ ਹੁੰਦੇ ਨੇ, ਅਤੇ ਬੜੇ ਬੜੇ ਸੂਟੇ ਖਿੱਚਦੇ ਨੇ। ਉਹ ਇੰਨਾ ਕੁ ਭੈੜਾ ਨਸ਼ਾ ਪੀਂਦੇ ਨੇ ਕਿ ਆਮ ਬੰਦਾ ਇੱਕ ਸੂਟਾ ਖਿੱਚੇ ਤਾਂ ਹੋ ਸਕਦਾ ਉਹ ਮੌਤ ਹੋ ਜੇ। ਉਹ ਸੂਟੇ 'ਤੇ ਸੂਟਾ ਗਾਂਜੇ ਦਾ ਚਿਲਮ ਦੇ 'ਚ ਪਾ ਕੇ ਖਿੱਚੀ ਜਾਂਦੇ ਨੇ, ਭੱਠੇ ਵਾਂਗੂ ਧੂੰਆਂ ਕੱਢੀ ਜਾਂਦੇ ਨੇ। ਸੰਸਾਰ ਦਾ ਤਿਆਗ ਕਰ ਦੇਣਾ ਇੱਕ ਵੱਖਰੀ ਗੱਲ ਆ, ਪਰ ਬੁਰਾਈਆਂ ਦਾ ਤਿਆਗ ਕਰਨਾ ਇਹ ਬੜੀ ਮੁਸ਼ਕਿਲ ਹੈ। ਸੰਸਾਰ ਤਿਆਗਿਆ ਜਾ ਸਕਦਾ ਹੈ, ਪਰ ਬੁਰਾਈਆਂ ਨਹੀਂ। ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ।
ਉਸ ਦਾ ਤਾਂ ਤਿਆਗ ਹੋਇਆ ਹੀ ਨਹੀਂ। ਨਾਂਗੇ ਸਾਧੂ ਵੀ ਕਿਰਪਾਨਾਂ ਕੋਲ ਰੱਖਦੇ ਨੇ, ਲੜਦੇ ਨੇ, ਘਰ ਬਾਹਰ ਛੱਡਿਆ, ਨੰਗੇ ਰਹਿੰਦੇ ਨੇ, ਦਿਗੰਬਰ ਰਹਿੰਦੇ ਨੇ, ਕਿਰਪਾਨਾਂ ਕੋਲ ਰੱਖੀਆਂ ਹੋਈਆਂ ਨੇ, ਲੜਦੇ ਨੇ। ਅਤੇ ਜੇ ਕ੍ਰੋਧ ਨਹੀਂ ਤਿਆਗਿਆ ਤਾਂ ਫਿਰ ਕਿਸ ਚੀਜ਼ ਦਾ ਤਿਆਗ ਕੀਤਾ ਹੋਇਆ ਜੇ ਤੁਸੀਂ ਸਾਹਿਬ ਕਹਿੰਦੇ ਨੇ, ਬਿਨ ਹਉ ਤਿਆਗ ਕਹਾਂ ਕੋ ਤਿਆਗੀ, ਬਿਨ ਬੈਰਾਗ ਕਹਾਂ ਕੋ ਬਰਾਗੀ। ਸਾਹਿਬ ਨੂੰ ਜਦੋਂ ਉਹਨਾਂ ਨੇ ਨਸ਼ਾ ਦਿੱਤਾ ਤਾਂ ਸਾਹਿਬ ਕਹਿੰਦੇ ਅਸੀਂ ਪੀਤੀ ਹੋਈ ਆ ਔਰ ਪੀਂਦੇ ਆ। ਉਹ ਕਹਿਣਗੇ ਕਿਹੜੀ ਪੀਂਦੇ ਹੋ? ਕਹਿੰਦੇ ਅਸੀਂ ਤਾਂ, ਜੋਗੀ ਕਹਿੰਦੇ ਅਸੀਂ ਤਾਂ ਗੁੜ ਤੋਂ ਬਣਾ ਕੇ ਪੀਂਦੇ। ਸਾਹਿਬ ਕਹਿੰਦੇ ਅਸੀਂ ਗੁੜ ਕਰ ਗਿਆਨ। ਕਿਤੇ ਆਪਾਂ ਵਿਚਾਰ ਕਰ ਚੁੱਕੇ ਪਹਿਲੇ ਭਾਗ 'ਚ। ਸਾਡੇ ਕੋਲ ਗਿਆਨ ਹੈ, ਇਸ ਨੂੰ ਅਸੀਂ ਗੁੜ ਮੰਨਿਆ ਹੋਇਆ ਹੈ। ਧਿਆਨ ਕਰ ਧਾਵੇ, ਰੱਬ ਨਾਲ ਧਿਆਨ ਜੋੜਨਾ, ਸਾਧਨਾ ਕਰਨੀ, ਇਹ ਅਸੀਂ ਉਸ ਦੇ ਵਿੱਚ ਫੁੱਲ ਪਾਏ ਹੋਏ ਨੇ। ਸ਼ਰਾਬ ਕੱਢਣ ਤੋਂ ਪਹਿਲਾਂ ਲੋਕ ਫੁੱਲ ਪਾਉਂਦੇ ਨੇ। ਕਰ ਕਰਨੀ ਕਛ ਪਾਈਏ, ਅੱਕ ਦੇ ਸੱਕ ਪਾਉਣਾ ਰੰਮ ਜੈਸੀ ਸ਼ਰਾਬ ਦਾ ਰੰਗ ਨਿਕਲਦਾ। ਉਹ ਕਹਿੰਦੇ ਸਾਹਿਬ ਕਹਿੰਦੇ ਅਸੀਂ ਜਿਹੜਾ ਚੰਗੇ ਕਰਮ ਕਰਨੇ ਨਹੀਂ, ਅਸੀਂ ਅੱਕ ਦੇ ਆਪਣੇ ਕਿੱਕਰ ਦੇ ਸੱਕ ਪਾਏ ਹੋਏ ਜੇ। ਅਤੇ ਭਾਠੀ ਭਵਨ ਸਰੀਰ ਨੂੰ ਅਸੀਂ ਭੱਠੀ ਮੰਨਿਆ ਹੋਇਆ ਅਤੇ ਪ੍ਰੇਮ ਕਾ ਪੋਚਾ ਦਿੱਤਾ ਹੋਇਆ ਤਾਂ ਕਿ ਭਾਫ ਬਾਹਰ ਨਾ ਨਿਕਲੇ। ਇਤ ਰਸ ਅੰਮਿਓ ਚੁਵਾਈਏ। ਇਸ ਤਰ੍ਹਾਂ ਫਿਰ ਅੰਦਰੋਂ ਫਿਰ ਗਿਆਨ, ਧਿਆਨ ਔਰ ਸਾਧਨਾ ਦੁਆਰਾ ਅੰਦਰੋਂ ਫਿਰ ਇੱਕ ਰਸ ਪੈਦਾ ਹੁੰਦਾ ਹੈ। ਉਹਨੂੰ ਅੰਮਿਓ ਰਸ ਕਹਿੰਦੇ ਨੇ। ਸਾਹਿਬ ਕਹਿੰਦੇ ਅਸੀਂ ਉਹ ਪੀਤਾ ਹੋਇਆ ਹੈ, ਉਹ ਪੀ ਰਹੇ ਹਾਂ। ਬਾਬਾ ਮਨ ਮਤਵਾਰੋ, ਸਾਡਾ ਮਨ ਮਸਤ ਹੋ ਗਿਆ ਏ। ਨਾਮ ਰਸ ਪੀਵੇ, ਸਹਿਜ ਰੰਗ ਰਚ ਰਿਹਾ, ਐਨਸ ਬਣੀ। ਕੋਈ ਨਸ਼ਾ 24 ਘੰਟੇ ਨਹੀਂ ਬੰਦਾ ਲੈ ਸਕਦਾ, ਕਦੀ ਤਾਂ ਕਦੀ ਲੱਥਦਾ ਹੀ ਆ। ਉਹ ਪੀ ਕੇ ਸੌਂਦਾ ਹੈ, ਰੱਜ ਕੇ ਸੌਂਦਾ ਹੈ, ਸਵੇਰ ਨੂੰ ਲੱਥਾ ਹੁੰਦਾ ਹੈ। ਪਰ ਨਾਮ ਦਾ ਪਿਆਲਾ ਰਾਤ ਨੂੰ ਪੀ ਕੇ ਸੌਂ ਜੋ, ਸਵੇਰ ਨੂੰ ਹੋਰ ਚੜ੍ਹਿਆ ਹੁੰਦਾ ਹੈ। ਨਿਤ ਨਿਤ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ। ਉਹ ਪੀਣ ਦੇ ਨਾਲ ਇੱਕ ਵਾਰੀ ਹੁਲਾਰਾ ਜਿਹਾ ਦਿੰਦੇ ਨੇ, ਮੁੜ ਕੇ ਲੱਥਣੇ ਸ਼ੁਰੂ ਹੋ ਜਾਂਦੇ ਨੇ। ਸਾਹਿਬ ਕਹਿੰਦੇ ਇਹ ਐਨਸ ਸਹਿਜ ਰੰਗ ਰਚ ਰਿਹਾ, ਐਨਸ ਬਣੀ। ਇਹਦੀ ਜਿਹੜੀ ਬਣੀ ਮਸਤੀ ਬਣੀ ਜਿਹੜੀ, ਇਹ ਦਿਨੇ ਰਾਤ ਦੀ ਮਸਤੀ ਜੇ। ਇਹ ਭਾਗਾਂ ਵਾਲਿਆਂ ਨੂੰ ਮਿਲਦੀ, ਸਾਰਿਆਂ ਨੂੰ ਨਹੀਂ ਜੇ ਮਿਲਦੀ। ਐਨਸ ਬਣੀ। ਉਹ ਤਾਂ ਨਸ਼ੇ ਨੇ ਇੱਕ ਹੁਲਾਰਾ ਜਿਹਾ ਦਿੱਤਾ ਅਤੇ ਫਿਰ ਲੱਥਣਾ ਸ਼ੁਰੂ ਹੋ ਗਿਆ। ਸਾਹਿਬ ਕਹਿੰਦੇ ਇਹ ਨਹੀਂ, ਇਹ ਹੁਲਾਰਾ ਨਹੀਂ ਦਊਗਾ, ਇਹ ਇੱਕ ਥਾਂ 'ਤੇ ਕਾਇਮ ਰਹੂਗਾ। ਜਿੱਥੇ ਜਿੰਨਾ ਚੜ੍ਹ ਗਿਆ ਫਿਰ ਓਨਾ ਹੀ ਚੜ੍ਹਿਆ ਰਹਿਣਾ, ਲੱਥਣਾ ਨਹੀਂ ਹੈ। ਉਹ ਤਾਂ ਐ ਇੱਕਦਮ ਚੜ੍ਹਦਾ ਅਤੇ ਮੁੜ ਕੇ ਲੱਥ ਜਾਂਦਾ, ਦਰਿਆਵਾਂ ਵਾਂਗੂ, ਪਾਣੀ ਦੀਆਂ ਛੱਲਾਂ ਵਾਂਗੂ। ਉਹ ਤਾਂ ਲੱਥਦਾ ਉਤਰਦਾ ਨਸ਼ਾ ਜਿਹੜਾ ਤੁਸੀਂ ਕਰਦੇ ਹੋ ਜੋਗੀਓ। ਸਾਹਿਬ ਕਹਿੰਦੇ ਜਿਹੜਾ ਸਾਡਾ ਨਸ਼ਾ ਵਾ, ਐਨਸ ਬਣੀ। ਇਹ ਦਿਨੇ ਰਾਤ ਮਸਤੀ ਬਣੀ ਹੋਈ ਸਾਡੀ। ਐਨਸ ਬਣੀ ਪ੍ਰੇਮ ਲਿਵ ਲਾਗੀ। ਤੁਹਾਡੀ ਤਾਂ ਭੰਗ ਨਾਲ ਲਿਵ ਲੱਗੀ ਹੋਈ ਹੈ, ਸਾਡੀ ਪ੍ਰੇਮ ਨਾਲ ਲਿਵ ਲੱਗੀ ਹੋਈ ਹੈ। ਤੇ ਸ਼ਬਦ ਅਨਾਹਦ ਗਿਆ। ਤੇ ਤੁਸੀਂ ਨਸ਼ਿਆਂ ਵਿੱਚ ਪੀ ਕੇ ਕਹਿੰਦੇ ਸਾਡਾ ਅਨਹਦ ਵੱਜਦਾ। ਸਾਹਿਬ ਕਹਿੰਦੇ ਇਹ ਤੇ ਸ਼ਬਦ ਦੁਆਰਾ ਵੱਜਦਾ ਹੈ ਅਨਹਦ। ਤਾਂ ਪੂਰਾ ਸਾਚ ਪਿਆਲਾ ਸਹਿਜੇ। ਉਹ ਪਿਆਲੇ ਜਿਹੜੇ ਪੂਰੇ ਪਿਆਲੇ ਨਹੀਂ ਹੈ, ਜਿਹੜੇ ਤੁਸੀਂ ਪੀਂਦੇ ਹੋ ਨਾ ਪਿਆਲੇ, ਉਹ ਪੂਰੇ ਪਿਆਲੇ ਨਹੀਂ ਹੈ। ਇਹ ਜਿਹੜਾ ਧਰਮ ਦੇ ਅੰਦਰ ਪਿਆਲਾ ਪੀਤਾ ਜਾਂਦਾ, ਇਸ ਨੂੰ ਪੂਰਾ ਪਿਆਲਾ ਮੰਨਿਆ ਜਾਂਦਾ ਹੈ। ਕਿਉਂਕਿ ਕਾਰੂ ਬਾਦਸ਼ਾਹ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਪੀਏ ਪਿਆਲੇ ਔਰ ਖਾਏ ਕਬਾਬ। ਸ਼ਰਾਬੀ ਬੰਦਾ ਜਿਹੜਾ ਸ਼ਰਾਬ ਪੀਂਦਾ, ਉਹ ਮਾਸ ਨਾਲ ਬੜੀ ਮੁਹੱਬਤ ਕਰਦਾ ਹੈ। ਮਾਸ ਨਾਲ ਬੜੀ ਉਹਦਾ ਲਗਾਅ ਹੁੰਦਾ ਹੈ। ਸ਼ਰਾਬ ਦੇ ਨਾਲ ਉਹਨੂੰ ਮਾਸ ਮਿਲੇ ਤਾਂ ਕਿਆ ਆਨੰਦ ਬਣ ਜਾਂਦਾ। ਕਿਉਂਕਿ ਮੱਤ ਮਾਰੀ ਗਈ ਸ਼ਰਾਬ ਨੇ, ਅਤੇ ਜਦੋਂ ਮੱਤ ਮਾਰੀ ਗਈ ਉਹ ਖਾਣਾ ਜੋ ਖਾਣਾ ਖਾਜ ਅਹਾਜ ਵਾ।
ਜਿਹੜਾ ਵਰਜਿਆ ਗਿਆ ਖਾਣਾ ਫਿਰ ਉਹ ਕਰਨਾ, ਜੋ ਵਰਜਿਆ ਗਿਆ ਕੰਮ ਹੈ ਉਹ ਕਰਨਾ। ਨਸ਼ੇ ਨੇ ਫਿਰ ਨਸ਼ਾ ਪੀ ਕੇ ਲੋਕੀ ਕਤਲ ਵੀ ਕਰਦੇ ਨੇ, ਨਸ਼ਾ ਪੀ ਕੇ ਲੋਕੀ ਮਾੜੇ ਕੰਮ ਵੀ ਕਰਦੇ ਨੇ, ਮਾੜਾ ਖਾਂਦੇ ਨੇ, ਮਾੜਾ ਬੋਲਦੇ ਨੇ, ਕਿਉਂਕਿ ਮੱਤ ਜੋ ਹਿਰ ਲਈ ਹੈ। ਉਹ ਜਨਮ ਸਾਖੀ 'ਚ ਲਿਖਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਨੇ ਆਖਿਆ ਕਾਰੂ ਬਾਦਸ਼ਾਹ ਨੂੰ, ਪੀਏ ਪਿਆਲੇ, ਜਿਹੜੇ ਲੋਕ ਪਿਆਲੇ ਪੀਂਦੇ ਨੇ ਸ਼ਰਾਬਾਂ ਦੇ, ਉਦੋਂ ਗਲਾਸੀਆਂ ਨਹੀਂ ਹੁੰਦੀਆਂ, ਉਦੋਂ ਪਿਆਲੇ ਹੁੰਦੇ ਸੀ, ਪਿਆਲਿਆਂ 'ਚ ਪੀਤੀ ਜਾਂਦੀ ਸੀ। ਸੂਰ ਸਰਾਈ ਖੰਜਰ ਪਿਆਲਾ, ਜਿਹੜਾ 10ਵੀਂ ਪਾਤਸ਼ਾਹ ਨੇ ਆਖਿਆ, ਇਹ ਪਿਆਲਿਆਂ ਦਾ ਜ਼ਿਕਰ ਬਾਣੀ 'ਚ ਆਉਂਦਾ ਹੈ। ਪਿਆਲਾ ਸਾਹਿਬ ਕਹਿੰਦੇ, ਪੂਰਾ ਸਾਚ ਪਿਆਲਾ ਸਹਿਜੇ, ਪੀਏ ਪਿਆਲੇ ਔਰ ਖਾਏ ਕਬਾਬ। ਇਹ ਪਿਰਮ ਪਿਆਲਾ ਖਸਮ ਕਾ, ਇਹ ਪਿਆਲੇ ਦਾ ਜ਼ਿਕਰ ਬਾਣੀ 'ਚ ਆਉਂਦਾ ਹੈ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤੈਂ ਦੇ। ਇਹ ਜਿਹਨਾਂ ਪ੍ਰੇਮ ਦਾ ਇੱਕ ਪਿਆਲਾ ਜਿਹੜਾ ਹੈ, ਇੱਕ ਸ਼ਰਾਬ ਦਾ ਪਿਆਲਾ, ਇੱਕ ਪ੍ਰੇਮ ਦਾ ਪਿਆਲਾ ਹੁੰਦਾ ਹੈ। ਭਾਈ ਵੀਰ ਸਿੰਘ ਉਹਨਾਂ ਨੇ ਇਹਦਾ ਜ਼ਿਕਰ ਕੀਤਾ ਹੈ, ਕਹਿੰਦੇ ਅਣਡਿੱਠੇ ਪਿਆਲੇ ਨਾਲ ਬੁੱਲ ਲੱਗ ਜਾਣੇ ਉੱਥੇ। ਉਹ ਪਿਆਲਾ ਦਿਖਦਾ ਨਹੀਂ ਹੈ ਜਿਹੜਾ ਨਾਮ ਦਾ ਪਿਆਲਾ ਹੈ, ਸ਼ਰਾਬ ਦਾ ਪਿਆਲਾ ਤਾਂ ਦਿਖਦਾ ਤੇ ਲੋਕੀ ਤਾਂ ਹੀ ਤਾਂ ਪੀਂਦੇ ਨੇ। ਭਾਈ ਵੀਰ ਸਿੰਘ ਲੈਂਦੇ, ਅਣਡਿੱਠੇ ਪਿਆਲੇ ਨਾਲ ਬੁੱਲ ਲੱਗ ਜਾਣੇ ਉੱਥੇ। ਤੋ ਸਾਹਿਬ ਕਹਿੰਦੇ ਜਿਹੜੇ ਪਿਆਲੇ ਪੀਂਦੇ ਨੇ ਨਾਲ ਖਵਾਬ ਖਾਂਦੇ ਨੇ, ਪੀਲੇ ਪਿਆਲੇ ਔਰ ਖਾਏ ਕਬਾਬ, ਦੇਖੋ ਰੇ ਲੋਕੋ ਹੋਤੇ ਪਰੇਸ਼ਾਨ। ਇਹ ਨਸ਼ਾ ਵਿਅਕਤੀ ਉਹੀ ਕਰਦਾ ਹੈ ਜਿਹੜਾ ਪਰੇਸ਼ਾਨ ਵਿਅਕਤੀ ਹੁੰਦਾ ਹੈ, ਅਤੇ ਮੁੜ ਕੇ ਉਹ ਬੰਦਾ ਦੀ ਆਦਤ ਬਣ ਜਾਂਦੀ ਆ, ਫਿਰ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ, ਫਿਰ ਉਸ ਨੂੰ ਛੱਡ ਨਹੀਂ ਸਕਦਾ। ਸਾਹਿਬ ਕਹਿੰਦੇ, ਪੂਰਾ ਸਾਚ ਪਿਆਲਾ ਸਹਿਜੇ। ਇਹ ਸਹਿਜ ਦਾ ਪਿਆਲਾ ਵਾ, ਇਹ ਟਿਕ ਕੇ ਪੀਤਾ ਜਾ ਸਕਦਾ ਹੈ। ਜੇ ਜਿਉਂ ਬੰਦਾ ਟਿਕਦਾ ਜਾਏਗਾ ਤਿਉਂ ਇਸ ਨੂੰ ਪੀਂਦਾ ਜਾਏਗਾ। ਤੂੰ ਪਰ ਪੀਓ ਕਬੀਰ, ਭਾਗ ਵੱਡੇ ਤੈਂ ਪਾਇਓ। ਕਬੀਰ ਸਾਹਿਬ ਕਹਿੰਦੇ, ਮੈਨੂੰ ਵੀ ਪਿਆਲਾ ਮਿਲ ਗਿਆ ਇਹ ਤਾਂ। ਭਾਗ ਵੱਡੇ ਤੈਂ ਪਾਇਓ, ਤੂੰ ਪਰ ਪੀਓ ਕਬੀਰ। ਕਬੀਰ ਸਾਹਿਬ ਕਹਿੰਦੇ, ਮੌਜ ਬਣੀ ਹੋਈ ਆ, ਰੱਬ ਨੇ ਪਿਆਲਾ ਪਿਆ ਦਿੱਤਾ, ਭਰ ਕੇ ਪੀਣ ਦੇ ਪਤਾ ਲੱਗ ਗਿਆ ਕਿਵੇਂ ਪੀਣਾ ਹੁਣ, ਅਤੇ ਕਿੱਥੋਂ ਪੀਣਾ ਇਹ ਵੀ ਪਤਾ ਲੱਗ ਗਿਆ ਵਾ। ਇਹ ਪਿਆਲਾ ਪੀਣਾ ਕਿੱਥੋਂ ਆ ਅਤੇ ਪਿਆਲਾ ਪੀਣਾ ਕਿਵੇਂ ਆ, ਕਿੱਥੇ ਪਿਆ ਹੋਇਆ ਇਹ ਰਸ, ਇਹ ਆਨੰਦ। ਕਬੀਰ ਸਾਹਿਬ ਕਹਿੰਦੇ, ਮੈਨੂੰ ਪਤਾ ਲੱਗ ਗਿਆ। ਪਾਲ ਸਮੂਆ ਸਰਵਰ ਭਰਾ, ਪੀ ਨਾ ਸਕੇ ਕੋਈ ਨੀਰ। ਭਾਗ ਵੱਡੇ ਤੈਂ ਪਾਇਓ, ਤੂੰ ਪਰ ਪੀਓ ਕਬੀਰਾ। ਕਬੀਰ ਸਿੰਘ ਦੇ ਗੁਰੂ ਨੇ, ਰੱਬ ਨੇ ਰਹਿਮਤ ਕੀਤੀ, ਮੇਰੇ ਸਰੀਰ ਦੇ ਅੰਦਰ ਇਹ ਰਸ ਚੱਲ ਗਿਆ, ਆਨੰਦ ਚੱਲ ਗਿਆ, ਮਸਤੀ ਬਣ ਗਈ, ਅਤੇ ਇਹ ਪ੍ਰੇਮ ਦਾ ਪਿਆਲਾ ਮੈਂ ਭਰ ਕੇ ਪੀਣ ਦਿਆਂ ਹੁਣ। ਪਾਲ ਸਮੂਆ ਸਰਵਰ ਭਰਾ, ਇਹ ਕੰਢਿਆਂ ਤੱਕ ਭਰਿਆ ਪਿਆ ਹੈ, ਔਰ ਮੇਰੇ ਸਰੀਰ ਅੰਦਰ ਭਰਿਆ ਪਿਆ ਹੈ। ਜਿਹਨੂੰ ਕਹਿੰਦੇ ਅੰਤਰ ਖੂਟਾ, ਅੰਦਰ ਇੱਕ ਖੂਹ ਆ, ਉਹ ਕਿਸ ਨਾਲ ਭਰਿਆ ਪਿਆ ਵਾ, ਪਾਣੀ ਨਾਲ। ਸਾਹਿਬ ਕਹਿੰਦੇ ਨਹੀਂ, ਅੰਤਰ ਖੂਟਾ ਅੰਮ੍ਰਿਤ ਭਰਿਆ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਉਹ ਸ਼ਬਦ ਦੇ ਨਾਲ, ਜਿੱਦਾਂ ਪੁਰਾਣੇ ਸਮੇਂ 'ਚ ਖੂਹਾਂ ਦੇ ਵਿੱਚੋਂ ਡੋਲ ਦੇ ਨਾਲ, ਘੜਿਆਂ ਦੇ ਨਾਲ, ਗਾਗਰਾਂ ਦੇ ਨਾਲ ਪਾਣੀ ਕੱਢਿਆ ਜਾਂਦਾ ਸੀ। ਸਾਹਿਬ ਕਹਿੰਦੇ ਜਿਹੜਾ ਇਹ ਅੰਦਰ ਰਸ ਰੱਬ ਨੇ ਭਰਿਆ, ਇਹ ਕੇਵਲ ਸ਼ਬਦ ਦੇ ਦੁਆਰਾ ਹੀ ਅੰਦਰੋਂ ਕੱਢਿਆ ਜਾ ਸਕਦਾ ਹੈ। ਅੰਤਰ ਖੂਟਾ
ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਨਹਾਰੀ। ਸਾਹਿਬ ਕਹਿੰਦੇ ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਆਏ ਜਾਂ ਕੋ ਨਦਰ ਕਰੇ। ਜਿੱਥੇ ਜਦੋਂ ਉਸ ਪਰਵਤਗਾਰ ਦੀ ਰਹਿਮਤ ਬਖਸ਼ਿਸ਼ ਵਰਤਦੀ ਆ, ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਉਹਨੂੰ ਇਹ ਪਿਆਲਾ ਮਿਲਦਾ। ਜਿਹਨੂੰ ਮਿਲ ਗਿਆ ਸਮਝ ਲੈਣਾ ਕਿ ਇਹ ਰੱਬ ਦੀ ਬਹੁਤ ਵੱਡੀ ਬਖਸ਼ਿਸ਼ ਆ, ਇਸ ਤੋਂ ਉੱਪਰ ਕੋਈ ਬਖਸ਼ਿਸ਼ ਨਹੀਂ ਆ ਰੱਬ ਦੀ। ਮੈਂ ਅੱਗੇ ਵੀ ਕਹਿੰਦਾ, ਨਾਨਕ ਨਾਮ ਮਿਲੇ ਵਡਿਆਈ ਇਹਦੋਂ ਉੱਪਰ, ਪ੍ਰਭ ਕਾ ਸਿਮਰਨ ਸਭ ਤੇ ਊਚਾ, ਅਵਰ ਕਰਮ ਲੋਕੇ ਪਤਿਆਰ, ਨਾਨਕ ਨਾਮ ਪੁਨੇ ਚਾਰ। ਨਾਮ ਤੋਂ ਬਿਨਾਂ, ਉਸ ਪਿਆਲੇ ਨੂੰ ਪੀਣ ਤੋਂ ਬਿਨਾਂ ਉੱਪਰ ਕੋਈ ਕਰਮ ਧਰਮ ਨਹੀਂ ਹੈ। ਪਰ ਜਿਹੜੇ ਲੋਕੀ ਪੀ ਨਹੀਂ ਸਕੇ, ਧਰਮ ਦੇ ਕੱਪੜੇ ਪਾ ਲਏ, ਉਹ ਵੀ ਆਸ਼ਰਮ 'ਚ ਬਹਿ ਕੇ ਚਿੜੀਆਂ ਕਾਵਾਂ ਦੇ ਅਤੇ ਘੁੱਗੀਆਂ ਗਟਾਰਾਂ ਰੱਖ ਕੇ ਅਤੇ ਹਾਥੀ ਰੱਖ ਕੇ ਬਹਿ ਗਏ ਨੇ। ਮਸਤੀ ਉਹਨਾਂ ਦੇ ਕੋਲ ਕੋਈ ਵੀ ਨਹੀਂ ਹੈ। ਇਹ ਤਾਂ ਕੇਵਲ ਉਹਨਾਂ ਦੇ ਕੋਲ ਹੁੰਦੀ ਜਿਹੜੇ ਬੰਦਗੀ ਕਰਦੇ ਨੇ। ਕਹਿਣ ਲੱਗੇ ਜਿਹੜੇ ਉਸ ਨੂੰ ਪੀਂਦੇ ਨੇ ਉਸ ਤੋਂ ਬਿਨਾਂ ਵੀ ਕੁਛ ਕਰਦੇ ਹੋਣਗੇ, ਇਸ ਤਰ੍ਹਾਂ ਨਹੀਂ ਹੋ ਸਕਦਾ। ਉਹ ਅੰਮ੍ਰਿਤ ਕਾ ਵਪਾਰੀ ਹੋਵੇ, ਉਸ ਨੂੰ ਮਸਤੀ ਵਾਲੇ ਅੰਮ੍ਰਿਤ ਨੂੰ ਉਹ ਪੀਂਦਾ ਹੋਵੇ। ਅੰਮ੍ਰਿਤ ਕਾ ਵਪਾਰੀ ਹੋਏ, ਕਿਆ ਮਦ ਸ਼ੂਸ਼ੇ ਭਾਉ ਤਰੇ। ਕਹਿਣ ਲੱਗੇ ਇਹ ਜਿਹੜੇ ਸ਼ੋਸ਼ੇ ਨਸ਼ਿਆਂ ਨਾਲ ਪਿਆਰ ਕਰਦੇ ਆ ਨਾ, ਪੀਂਦੇ ਆ ਨਾ, ਇਹਨਾਂ ਨੂੰ ਉਹ ਨਸ਼ਾ ਨਹੀਂ ਮਿਲਿਆ ਜਿਨ੍ਹਾਂ ਨੂੰ ਉਹ ਮਿਲ ਗਿਆ ਨਾ। ਸਭ ਕਹਿੰਦੇ ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਸ਼ੂਸ਼ੇ ਭਾਉ ਤਰੇ। ਉਹ ਸ਼ੂਸ਼ੇ, ਮਦ ਸ਼ੂਸ਼ੇ ਛੋਟੇ ਛੋਟੇ ਨਸ਼ੇ ਨੇ। ਇਹ ਤਾਂ ਸਰੀਰ ਨੂੰ ਵੀ ਖਰਾਬ ਕਰਦੇ ਨੇ, ਇਹ ਤਾਂ ਲੱਥ ਵੀ ਜਾਂਦੇ ਨੇ, ਫੇਰ ਪੀਣੇ ਪੈਂਦੇ ਨੇ। ਇਹਨੂੰ ਕਹਿੰਦੇ ਕਿਆ ਮਦ ਸ਼ੂਸ਼ੇ, ਮਦ ਕਹਿੰਦੇ ਨੇ ਨਸ਼ੇ ਨੂੰ, ਸ਼ੂਸ਼ੇ ਕਹਿੰਦੇ ਨੇ ਹੋਛੇ, ਲੱਥ ਜਾਣ ਵਾਲੇ। ਤੇ ਸਾਹਿਬ ਨੇ ਕਿਹਾ ਇਹ ਪੀਤਾ ਕਿਵੇਂ ਜਾ ਸਕਦਾ? ਜੋਗੀਆਂ ਨੇ ਆਖਿਆ, ਕਹਿਣ ਲੱਗੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਗੁਰ ਕੀ ਸਾਖੀ ਅੰਮ੍ਰਿਤ ਬਾਣੀ। ਗੁਰੂ ਦੀ ਸਿੱਖਿਆ ਤੇ ਗੁਰੂ ਕੀ ਬਾਣੀ ਜਿਹੜੀ ਆ, ਗੁਰੂ ਕੀ ਕਥਾ ਸੁਣਨੀ, ਗੁਰੂ ਕਾ ਕੀਰਤਨ ਸੁਣਨਾ, ਪਾਠ ਕਰਨਾ, ਪਾਠ ਸੁਣਨਾ। ਸਾਹਿਬ ਕਹਿੰਦੇ ਗੁਰ ਕੀ ਸਾਖੀ, ਜਿਹੜੇ ਗੁਰੂ ਕੀਆਂ ਸਾਖੀਆਂ ਕਰਦੇ ਨੇ, ਗੁਰੂ ਦੀਆਂ ਕਥਾ ਕਹਾਣੀਆਂ ਸੁਣਦੇ ਨੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਇਹ ਉਹਨਾਂ ਨੂੰ ਮਿਲਦਾ ਹੈ, ਹੋਰ ਕਿਸੇ ਨੂੰ ਨਹੀਂ ਹੈ। ਹਰਸ ਕੀ ਕੀਮਤ ਕਹੀ ਨਾ ਜਾਏ, ਇਹ ਤੁਸੀਂ ਆਖੋ ਕਿਸੇ ਕੀਮਤ ਦੇ ਵੱਟੇ ਮਿਲੇਗਾ? ਨਹੀਂ ਮਿਲਣਾ। ਹਰਸ ਕੀ ਕੀਮਤ ਕਹੀ ਨਾ ਜਾਏ, ਹਰਸ ਸਾਧੂ ਹਾਟ ਸਮਾਏ। ਇਹ ਕੇਵਲ ਸੰਗਤ ਦੀ ਹੱਟੀ 'ਤੇ ਮਿਲਦਾ, ਅਤੇ ਮਿਲਦਾ ਵੀ ਫ੍ਰੀ ਹੈ, ਕੋਈ ਮੁੱਲ ਨਹੀਂ ਹੈ। ਸਾਈਂ ਨਾਮ ਮੋਲ ਕੀਮ ਨਾ ਕੋਈ ਜਾਣ ਦੋ, ਕੋਈ ਮੁੱਲ ਨਹੀਂ ਹੈ। ਅਤੇ ਸ਼ਸਤਰ ਵਸਤਰ ਤੂੰ ਕਿੰਨੇ ਨਹੀਂ, ਕਹਿੰਦੇ ਕਿ ਏਡੀ ਸਸਤੀ ਵਸਤੂ ਸੰਗਤ 'ਚ ਬੈਠਿਆ ਮਿਲਦੀ ਹੋਵੇ, ਅਤੇ ਸਸਤ ਵਸਤ ਤੂੰ ਕਿੰਨੇ ਨਹੀਂ, ਪਾਪੀ ਬੰਦਾ ਰੇ ਨਾ ਆਇਆ। ਏਡੀ ਸਸਤੀ ਵਸਤੂ, ਏਡੀ ਵੱਡੀ ਕੀਮਤੀ ਵਸਤੂ ਅਤੇ ਸੰਗਤ ਵਿੱਚੋਂ ਫ੍ਰੀ ਮਿਲਦੀ ਹੋਵੇ, ਅਤੇ ਬੰਦਾ ਫੇਰ ਵੀ ਨਾ ਵਿਹਾਜੇ। ਸਾਹਿਬ ਕਹਿੰਦੇ ਸਸਤ ਵਸਤਰ ਤੂੰ ਕਿੰਨੇ ਨਹੀਂ, ਖਰੀਦਾ ਕਿਉਂ ਨਹੀਂ ਗਾ ਤੂੰ ਬਹਿੰਦਾ ਕਿਉਂ ਨਹੀਂ ਸੰਗਤ ਵਿੱਚ? ਬਸ ਸੰਗਤ ਵਿੱਚ ਬਹਿ ਜਾ, ਅਤੇ ਸੰਗਤ 'ਚ ਬਹਿਣਾ, ਉੱਥੇ ਤੈਨੂੰ ਸਾਖੀ ਵੀ ਮਿਲ ਜਾਣੀ, ਉੱਥੇ ਤੈਨੂੰ ਨਾਮ ਮਿਲ ਜਾਣਾ, ਉੱਥੇ ਗੁਰੂ ਕੀ ਬਾਣੀ ਵੀ ਮਿਲ ਜਾਣੀ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਬਸ ਗੁਰੂ ਦੀਆਂ ਕਥਾ ਕਹਾਣੀਆਂ ਕਰੋ, ਗੁਰੂ ਦੀਆਂ ਕਥਾ ਕਹਾਣੀਆਂ ਸੁਣੋ, ਗੁਰੂ ਕੀ ਬਾਣੀ ਪੜ੍ਹੀ ਸੁਣੋ, ਪੜ੍ਹੋ ਸੁਣੋ। ਅਤੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ, ਇੱਦਾਂ ਹੀ ਪੀਤਾ ਜਾ ਸਕਦਾ, ਹੋਰ ਤਾਂ ਕੋਈ ਤਰੀਕਾ ਹੀ ਨਹੀਂ ਗਾ ਉਸ ਰਸ ਨੂੰ ਪੀਣ ਦਾ। ਅਤੇ ਜਿਨ੍ਹਾਂ ਨੇ ਪੀ ਲਿਆ, ਸਾਹਿਬ ਕਹਿੰਦੇ ਤੇ ਪੀਵਤ ਹੀ ਪਰਵਾਨ ਪਿਆ, ਪੀਵਤ ਹੀ
ਪ੍ਰਵਾਨ ਪਿਆ। ਪੀਂਦਿਆਂ ਹੀ ਰੱਬ ਦੇ ਦਰ ਤੇ ਉਹ ਪ੍ਰਵਾਨ ਹੋ ਜਾਂਦਾ ਵਿਅਕਤੀ। ਤੇ ਜਿਹੜਾ ਪ੍ਰਵਾਨ ਹੋ ਜਾਂਦਾ, ਸਾਹਿਬ ਕਹਿੰਦੇ, ਤੇ ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਜਿਹੜਾ ਰੱਬ ਦੇ ਦਰਸ਼ਨਾਂ ਦਾ ਅਭਿਲਾਸੀ ਹੈ, ਉਹਦੇ ਦਰ ਦੀ ਇੱਛਾ ਰੱਖਦਾ ਹੈ। ਅੱਜ ਹੀ ਮੈਂ ਇੱਕ ਪੋਸਟ ਲਿਖੀ ਸੀ, ਉਹ ਮੈਂ ਅੱਜ ਇੱਕ ਦੋਹਰਾ ਜਿਹਾ ਲਿਖਿਆ ਸੀ ਕਿ ਸਾਰੀ ਉਮਰ ਬਤੀਤ ਹੋਈ ਤੇਰੀ ਯਾਦ ਵਿੱਚ ਆਂਸੂ ਵਹਿੰਦਿਆਂ। ਸਭ ਜ਼ਿੰਦਗੀ ਲੰਘ ਗਈ, ਤੇਰੀ ਯਾਦ ਵਿੱਚ ਰੋ ਰੋ ਕੇ ਕੱਟ ਛੱਡੀ ਹੋਈ ਹੈ। ਸਾਰੀ ਉਮਰ ਬਤੀਤ ਹੋਈ ਤੇਰੀ ਯਾਦ ਵਿੱਚ, ਤੇ ਆਂਸੂ ਵਹਿੰਦਿਆਂ ਮੈਂ ਨੀਰ ਵਹਿ ਵਹਿ ਚੱਲੇ ਜੀਓ। ਤੇ ਬੁੱਢਾ ਵਾ ਸ਼ੇਖ ਫਰੀਦ ਵਾ, ਅਜੇ ਸੋ ਰੱਬ ਨਾ ਬੌੜੇ ਵਾ। ਤੇ ਹੁਣ ਲਾਜ ਆਵੇ ਆ ਕੇ ਮਿਲ ਸਾਨੂੰ ਕਹਿੰਦੇ ਆ। ਹੁਣ ਤੇ ਸਾਨੂੰ ਵੀ ਸ਼ਰਮ ਆਉਂਦੀ ਹੈ ਤੈਨੂੰ ਕਹਿੰਦਿਆਂ ਨੂੰ, ਕਿਉਂਕਿ ਸਾਰੀ ਜ਼ਿੰਦਗੀ ਤਾਂ ਤੇਰੀ ਯਾਦ ਵਿੱਚ ਗੁਜ਼ਾਰੀ ਹੈ, ਆਂਸੂ ਵਹਿੰਦਿਆਂ ਗੁਜ਼ਾਰੀ ਹੈ। ਤੇ ਹੁਣ ਤੇ ਸਾਨੂੰ ਵੀ ਸ਼ਰਮ ਆਉਂਦੀ ਬਾਰ-ਬਾਰ ਤੈਨੂੰ ਕਹਿੰਦਿਆਂ ਹੋਇਆਂ ਨੂੰ, ਤੇ ਤੂੰ ਅਜੇ ਵੀ ਨਹੀਂ ਮਿਲਣ ਦਿਆ। ਸਾਰੀ ਉਮਰ ਬਤੀਤ ਹੋਈ ਤੇਰੀ ਯਾਦ ਵਿੱਚ ਆਂਸੂ ਵਹਿੰਦਿਆਂ, ਹੁਣ ਲਾਜ ਆਵੇ ਸਾਨੂੰ, ਹੁਣ ਲਾਜ ਆਵੇ ਆ ਕੇ ਮਿਲ ਸਾਨੂੰ ਕਹਿੰਦਿਆਂ। ਹੁਣ ਤੇ ਕਹਿੰਦਿਆਂ ਵੀ ਲਾਜ ਆਉਂਦੀ ਵੀ ਸਾਨੂੰ ਆਣ ਕੇ ਮਿਲ। ਤੇ ਫੇਰ ਵੀ ਤੂੰ ਨਹੀਂ ਘੁੰਡ ਚੁੱਕਦਾ ਸੱਜਣਾ, ਸ਼ਰਮਾ ਕਾਹਤੋਂ ਰੱਖੀਆਂ, ਬੋਲੇ ਨੇ ਕਿਹਾ। ਘੁੰਡ ਚੁੱਕ ਸੱਜਣਾ ਸ਼ਰਮਾ ਕਾਹਤੋਂ ਰੱਖੀਆਂ, ਸਾਡੇ ਤੋਂ ਕਾਹਦਾ ਘੁੰਡ ਕੱਢ ਕੇ ਰੱਖਿਆ ਤੂੰ, ਕਿਉਂ ਘੁੰਡ ਕੱਢਦਾ ਹੈ। ਸਾਹਿਬ ਕਹਿੰਦੇ ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਦਰ ਦਰਸ਼ਨ ਕਾ ਪ੍ਰੀਤਮ ਹੋਵੈ। ਤੇ ਮੁਕਤ ਬਕੁੰਠੇ ਕਰੇ ਕਿਆ, ਉਹ ਬੈਕੁੰਠ ਦੀ ਸਵਰਗ ਦੀ ਵੀ ਆਸ ਨਹੀਂ ਰੱਖਦੇ ਜਿਹੜੇ ਮਸਤੀ ਵਿੱਚ ਜ਼ਿੰਦਗੀ ਜੀਂਦੇ ਨੇ। ਉਹ ਰੱਬ ਕੋਲੋਂ ਮੁਕਤੀ ਵੀ ਨਹੀਂ ਲੋੜਦੇ। ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਲੋਕੀ ਮੁਕਤੀ ਵਾਸਤੇ 100 ਸਾਧਨ ਕਰਦੇ ਨੇ, ਤੇ ਜਿਹੜੇ ਪਿਆਲੇ ਪੀ ਲੈਂਦੇ ਨੇ ਉਹ ਮੁਕਤੀ ਦਾ ਵੀ ਤਿਆਗ ਕਰ ਦਿੰਦੇ ਨੇ। ਮੁਕਤ ਬੱਪੜੀ ਮਾਰੂ ਰਾਗ, ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਉਹ ਮੁਕਤੀ ਦਾ ਵੀ ਤਿਆਗ ਕਰ ਦਿੰਦੇ ਨੇ, ਉਹ ਬੈਕੁੰਠ ਦਾ ਵੀ ਤਿਆਗ ਕਰ ਦਿੰਦੇ ਨੇ, ਕਿਉਂਕਿ ਮੁਕਤ ਵਿਅਕਤੀ ਹੀ ਬੈਕੁੰਠ 'ਚ ਜਾ ਸਕਦਾ ਹੈ। ਤੇ ਕਿਆ ਸਵਰਗ ਕਿਆ ਨਰਕ ਵਿਚਾਰਾ ਸੰਤਨ ਦੋ ਰਾਧੇ, ਦੋਵੇਂ ਰੱਦ ਕਰ ਛੱਡੇ ਨੇ। ਕੋਈ ਲੋੜ ਨਹੀਂ ਹੈ ਸਰਗਾਂ ਦੀ ਵੀ, ਮਸਤੀ 'ਤੇ ਜੀਣ ਵਾਲਿਆਂ ਦੀ ਅਵਸਥਾ ਹੁੰਦੀ ਹੈ। ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਪ੍ਰੇਮੀ ਹੋਵੇ ਰੱਬ ਦੇ ਦਰਸ਼ਨਾਂ ਦਾ। ਤੇ ਮੁਕਤ ਬਕੁੰਠੇ ਕਰੇ ਕਿਆ, ਉਹਦੇ ਵਾਸਤੇ ਮੁਕਤੀ ਤੇ ਬਕੁੰਠ ਕੀ ਮਹਿਣਾ ਰਖਾਉਂਦੀ ਹੈ, ਕੱਖ ਵੀ ਨਹੀਂ ਆ ਉਹ ਤਾਂ। ਜੇ ਸਿਫਤੀ ਰਤਾ ਸਦ ਬੈਰਾਗੀ, ਕਹਿਣ ਲੱਗੇ ਜਿਹੜੇ ਉਹਦੇ ਸਿਫਤੀ ਨਾਲ ਜੁੜ ਗਏ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਇਹ ਜਪਜੀ ਸਾਹਿਬ 'ਚ 2 ਵਾਰੀ ਆਉਂਦਾ, ਇੱਕ ਵਾਰੀ ਅੰਤ ਨ ਸਿਫਤੀ ਕਹਿਣ ਨ ਅੰਤ, ਤੇ ਇੱਕ ਵਾਰੀ ਆਉਂਦਾ ਅੰਤ ਨ ਸਿਫਤੀ ਕਹਿ ਨ ਅੰਤ। ਇਹ 2 ਵਾਰੀ ਆਉਂਦਾ, ਇੱਕ ਵਾਰੀ ਸਿਫਤੀ ਆਉਂਦਾ, ਇੱਕ ਵਾਰੀ ਜਿਸ ਨੂੰ ਬਖਸ਼ੇ ਸਿਫਤ ਸਲਾਹ। ਅਰਥ ਤੇ ਉਹੀ ਆ, ਸਿਫਤੀ ਬਣੇ ਕਿਸੇ ਦੀ ਵਡਿਆਈ ਕਰਨੀ, ਜਿਸ ਨੂੰ ਬਖਸ਼ੇ ਸਿਫਤ। ਤੇ ਇੱਥੇ ਮਾਰ ਕਹਿੰਦੇ ਸਿਫਤੀ ਰਤਾ, ਜਿਹੜਾ ਉਹਦੀ ਵਡਿਆਈ 'ਚ ਜੁੜਿਆ ਹੋਇਆ ਵਾ। ਕਹਿੰਦੇ ਤੂੰ ਫਲਾਣੇ ਦੀਆਂ ਬੜੀਆਂ ਸਿਫਤਾਂ ਕਰਦਾ, ਇਹ ਫਾਰਸੀ ਦਾ ਸ਼ਬਦ ਆ, ਸਿਫਤ ਕਰਨੀ, ਕਿਸੇ ਦੀ ਵਡਿਆਈ ਕਰਨੀ। ਸਾਹਿਬ ਕਹਿੰਦੇ ਜਿਹੜੇ ਉਹਦੀ ਵਡਿਆਈ ਨਾਲ ਜੁੜੇ ਹੋਏ ਜੇ ਨੇ, ਸਿਫਤੀ ਰਤਾ ਸਦ ਬੈਰਾਗੀ। ਉਹ ਵਿਖਾਵੇ ਦਾ ਬੈਰਾਗੀ ਨਹੀਂ ਹੁੰਦਾ, ਉਹ ਥੋੜ੍ਹੇ ਸਮੇਂ ਵਾਸਤੇ ਬੈਰਾਗੀ ਨਹੀਂ ਹੁੰਦਾ। ਘਰਦਿਆਂ ਦਾ ਦੁਖੀ ਹੋ ਕੇ ਦੂਰ ਹੋ ਗਿਆ ਤੇ ਬੈਰਾਗੀ ਬਣ ਗਿਆ, ਤੇ ਫਿਰ ਘਰਦਿਆਂ ਨਾਲ ਜੁੜ ਗਿਆ। ਇਸ ਤਰ੍ਹਾਂ ਦਾ ਬੈਰਾਗੀ ਨਹੀਂ ਆ ਉਹ। ਇਸ ਅਵਸਥਾ ਦਾ ਮਾਲਕ ਨਹੀਂ ਗਿਆ ਕਿ ਆਪਦਾ ਦਾ ਮਾਰਿਆ ਗ੍ਰਹਿ ਤੇ ਨਾ ਸੁਤਾ, ਬਿਪਤਾ ਪੈ ਗਈ ਤੇ ਘਰ ਨੂੰ ਛੱਡ ਦਿੱਤਾ। ਨਹੀਂ ਨਹੀਂ, ਉਹ ਮਸਤੀ 'ਚ ਬੈਠਾ ਹੋਇਆ, ਤੇ ਮਸਤੀ ਲੱਥਣੀ ਨਹੀਂ ਆ, ਤੇ ਉਹਦੀ ਬੈਰਾਗੀ ਪੁਣਾ ਵੀ ਨਹੀਂ ਜਾਣਾ। ਸਿਫਤੀ ਰਤਾ ਸਦ ਬੈਰਾਗੀ,
ਹਮੇਸ਼ਾ ਵਾਸਤੇ ਬੈਰਾਗੀ ਬਣ ਗਿਆ ਉੱਦਾਂ, ਕਿਉਂਕਿ ਮਸਤੀ ਟੁੱਟਣੀ ਨਹੀਂ ਹੈ, ਸੰਸਾਰ ਦਾ ਮੋਹ ਜਾਗਣਾ ਨਹੀਂ ਹੈ, ਉਹਦਾ ਬੈਰਾਗ ਕਾਇਮ ਰਹਿਣਾ ਹੈ। ਜੈ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਇਹ ਧਰਮ ਨੂੰ ਦੁਨੀਆ ਦੇ ਵਿੱਚ ਵਾਸਨਾ 'ਚ ਗਰਸਿਆ ਹੋਇਆ ਬੰਦਾ ਧਰਮ ਥੋੜ੍ਹਾ ਕੋਈ ਕਮਾ ਸਕਦਾ ਹੈ। ਇਹ ਕੇਵਲ ਫਰਜ਼ ਨਿਭਾ ਸਕਦਾ ਹੈ। ਅਸਲੀ ਭਗ ਜਿਹੜਾ ਧਰਮ ਉਹ ਬੈਰਾਗੀ ਲੋਕ ਨਿਭਾਉਂਦੇ ਨੇ। ਜੈ ਮਾਇਆ ਮਮਤਾ ਤਜੀ ਸਭ ਤੇ ਪਇਓ ਬੈਰਾਗ, ਕਉ ਨਾਨਕ ਸੁੰਦਰੇ ਰਾਂ ਤੇ ਨਰ ਮਾਥੇ ਭਾਗ। ਤੇ ਸਿਬਤੀ ਰਤਾ ਸਦ ਬੈਰਾਗੀ, ਜੂਏ ਜਨਮ ਨਾ ਹਾਰੇ। ਤਮਾਮ ਦੁਨੀਆ ਇਸ ਮਨੁੱਖੀ ਦੇਹੀ ਨੂੰ ਜੂਏ 'ਚ ਹਾਰ ਕੇ ਧਰਤੀ ਤੋਂ ਜਾਊਗੀ। ਹਵਾ ਹਾਰ ਜਵਾਰ ਜੂਏ ਵਿਦੇ, ਇੰਦਰੀ ਵਸ ਲੈ ਜਿੱਤਣੋ। ਇੰਦਰੀਆਂ ਨੇ ਸਾਨੂੰ ਜਿੱਤ ਲਿਆ ਤੇ ਅਸੀਂ ਇਹਨਾਂ ਦੇ ਅੱਗੇ ਹਾਰ ਗਏ ਹਾਂ। ਹਾਰ ਜਵਾਰ ਜੂਏ ਵਿਦੇ, ਇੰਦਰੀ ਵਸ ਲੈ ਜਿੱਤਣੋ। ਸਾਨੂੰ ਇੰਦਰੀਆਂ ਨੇ ਜਿੱਤਿਆ ਹੋਇਆ, ਅਸੀਂ ਇੰਦਰੀਆਂ ਦੇ ਰਸਾਂ ਵਿੱਚ ਜੀਨੇ ਹਾਂ। ਤੇ ਜਿਹੜਾ ਇਹ ਹੁੰਦਾ, ਕਬੀਰ ਸਾਹਿਬ ਕਹਿ ਕਬੀਰ ਕਛ ਗੁਣ ਵਿਚਾਰ ਚੱਲੇ ਜੁਆਰੀ, ਦੋਏ ਹੱਥ ਚਾਰ। ਕਹਿਣ ਲੱਗੇ ਜਿਹੜੇ ਲੋਕ ਸੰਸਾਰੀ ਰਸਾਂ, ਪਿਆਲੇ, ਕਬਾਬ, ਸ਼ਰਾਬ, ਇਹ ਇੰਦਰੀਆਂ ਦੇ ਰਸ ਨੇ। ਪਿਆਲੇ ਵੀ ਤੇ ਕਬਾਬ ਵੀ ਸ਼ਰਾਬ ਵੀ, ਇਹ ਤਾਂ ਰਸ ਨੇ, ਸੰਸਾਰ ਦੇ ਰਸ ਨੇ, ਇੰਦਰੀਆਂ ਦੇ ਰਸ ਨੇ। ਸਾਹਿਬ ਕਹਿੰਦੇ ਉਹ ਫਿਰ ਸਮਝ ਲਓ ਉਹਨਾਂ ਦਾ ਜਨਮ ਜੂਏ 'ਚ ਹਾਰ ਗਿਆ। ਹਾਰ ਜਵਾਰ ਜੂਏ ਵਿਦੇ, ਇੰਦਰੀ ਵਸ ਲੈ ਜਿੱਤਣੋ। ਇੰਦਰੀਆਂ ਜਿੱਤੀਆਂ ਹੋਈਆਂ ਨੇ, ਅਸੀਂ ਹਾਰੇ ਹੋਏ ਹਾਂ, ਜੂਏ 'ਚ ਹਾਰੇ ਹੋਏ ਹਾਂ। ਤੇ ਅਖੀਰ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਜਿਸ ਜੋਗੀ ਨਾਲ ਚਰਚਾ ਹੋ ਰਹੀ, ਉਸ ਜੋਗੀ ਦਾ ਨਾਂ ਲਿਖਿਆ ਹੈ। ਕਉ ਨਾਨਕ ਸੁਣ ਪਰ ਥਰ ਜੋਗੀ, ਖੀਵਾ ਅੰਮ੍ਰਿਤ ਤਾਰੇ। ਖੀਵਾ ਅੰਮ੍ਰਿਤ ਤਾਰੇ। ਕਹਿਣ ਲੱਗੇ ਤੁਸੀਂ ਭੰਗ ਪੀ ਕੇ ਖੀਵੇਂ ਹੁੰਦੇ ਜੇ, ਖੀਵੇਂ ਮੈਨੇ ਮਸਤ ਹੋਣਾ। ਤੁਸੀਂ ਸ਼ਰਾਬ ਪੀ ਕੇ ਮਸਤ ਹੁੰਦੇ ਜੇ, ਸ਼ਰਾਬੀਆਂ ਨੂੰ ਦੇਖਿਓ ਕਿੱਦਾਂ ਮਸਤ ਹੋਏ ਹੁੰਦੇ ਨੇ। ਸਾਹਿਬ ਕਹਿਣ ਲੱਗੇ ਇਹ ਭਰਥਰ ਜੋਗੀ, ਕਉ ਨਾਨਕ ਸੁਣ ਭਰਥਰ ਜੋਗੀ। ਇੱਕ ਗੋਪੀ ਚੰਦ ਦਾ ਜ਼ਿਕਰ ਆਉਂਦਾ, ਇੱਕ ਭਰਥਰ ਦਾ ਜ਼ਿਕਰ ਆਉਂਦਾ ਹੈ। ਇੱਕ ਦੋ ਜੋਗੀਆਂ ਦਾ ਹੋਰ ਨਾਂ ਆਉਂਦਾ ਹੈ ਬਾਣੀ 'ਚ, ਗੋਪੀ ਚੰਦ, ਭਰਥਰਨਾਥ ਤੇ ਚਰਪਟਨਾਥ। ਸਾਹਿਬ ਕਹਿੰਦੇ ਇਹ ਭਰਥਰ ਜੋਗੀ ਮੈਂ ਤੇ ਸਦਾ ਹੀ ਖੀਵਾ ਰਹਿੰਦਾ ਹੈ। ਕਿਸ ਤਰ੍ਹਾਂ ਰਹਿੰਦੇ ਜੇ ਤੁਸੀਂ? ਕਉ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਤਾਰੇ। ਖੀਵਾ ਅੰਮ੍ਰਿਤ ਤਾਰੇ। ਕਹਿਣ ਲੱਗੇ ਅਸੀਂ ਤੇ ਉਸ ਰੱਬੀ ਨਾਮ ਨੂੰ ਪੀਂਦੇ ਹਾਂ, ਉਹਦੀ ਮਸਤੀ ਵਿੱਚ ਜੀਂਦੇ ਹਾਂ। ਤੇ ਉਹਦੀ ਮਸਤੀ ਫਿਰ ਹਮੇਸ਼ਾ ਖੀਵਿਆਂ ਕਰਕੇ ਰੱਖਦੀ ਹੈ ਸਾਨੂੰ, ਔਰ ਇਹ ਮਸਤੀ ਲੱਥਦੀ ਨਹੀਂ ਹੈ। ਦੁਨੀਆ ਦੇ ਨਸ਼ੇ ਜਿੱਥੇ ਮਸਤੀ ਚਾੜ੍ਹਦੇ ਨੇ, ਉੱਥੇ ਮਸਤੀ ਲੱਥ ਵੀ ਜਾਂਦੀ ਉਹਨਾਂ ਨਸ਼ਿਆਂ ਦੀ। ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਜੋਗੀਆਂ ਦੇ ਨਾਲ ਜਦੋਂ ਸਾਹਿਬ ਦੀ ਚਰਚਾ ਹੋਈ, ਉਹਨਾਂ ਨੇ ਦੋ ਨਸ਼ੇ ਦਿੱਤੇ, ਭੰਗ ਤੇ ਸ਼ਰਾਬ। ਸਾਹਿਬ ਨੇ ਆਖਿਆ ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਤੀਤ। ਫਿਰ ਸ਼ਰਾਬ ਦਾ ਜ਼ਿਕਰ ਕੀਤਾ ਸਾਹਿਬ ਨੇ। ਸਾਹਿਬ ਕਹਿੰਦੇ ਗੁੜ ਕਰ ਗਿਆਨ। ਹਾਲਾਂਕਿ ਇਹਦੇ ਵਿੱਚ ਸ਼ਰਾਬ ਦਾ ਜ਼ਿਕਰ ਨਹੀਂ ਕੀਤਾ ਬਾਣ ਨੇ, ਪਰ ਗੁੜ ਤੋਂ ਹੀ ਬਣਦੀ ਹੈ ਸ਼ਰਾਬ। ਇਸ ਸਮੁੱਚੇ ਸ਼ਬਦ ਦੇ ਅੰਦਰ ਸ਼ਰਾਬ ਦਾ ਜ਼ਿਕਰ ਨਹੀਂ ਹੈ, ਪਰ ਗੁੜ ਕਰ ਗਿਆਨ ਧਿਆਨ ਕਰ ਕਾਵੇ, ਇਹ ਚੀਜ਼ਾਂ ਤੋਂ ਹੀ ਸ਼ਰਾਬ ਬਣਦੀ ਹੈ। ਸਾਹਿਬ ਕਹਿੰਦੇ ਅਸੀਂ ਆਹ ਪੀਂਦੇ ਹਾਂ, ਗਿਆਨ ਦੀ ਪੀਂਦੇ ਹਾਂ, ਧਿਆਨ ਦੀ ਪੀਂਦੇ ਹਾਂ, ਪ੍ਰੇਮ ਦੀ ਪੀਂਦੇ ਹਾਂ, ਅੰਮ੍ਰਿਤ ਦੀ ਪੀਂਦੇ ਹਾਂ। ਇਹ ਫਿਰ ਜੋਗੀਆਂ ਨੂੰ ਮਹਾਰਾਜ ਨੇ ਸਮਝਾਇਆ। ਇਹ ਸੀ ਜਿਹੜਾ ਅਸੀਂ ਜਪਜੀ ਸਾਹਿਬ ਦੀ ਕਥਾ ਕਰ ਰਹੇ। ਹੁਣ ਅਸੀਂ ਇਸ ਨੂੰ ਵਿਆਖਿਆ ਅੱਗੇ ਤੋਰਾਂਗੇ।
ਮੰਨੇ ਕੀ ਗਤ ਕਹੀ ਨਾ ਜਾਏ, ਉਹ ਸ਼ੁਰੂ ਹੋਣਾ ਹੈ ਹੁਣ। ਬੜਾ ਲੰਮਾ ਸਮਾਂ ਨਾਨਕ ਭਗਤਾਂ ਸਦਾ ਵਿਗਾਸ 'ਤੇ ਅਸੀਂ ਵਿਚਾਰ ਕਰ ਲਈ ਆ। ਹੁਣ ਅਗਲੀ ਪੌੜੀ ਆਪਾਂ ਸ਼ੁਰੂ ਕਰਾਂਗੇ, ਮੰਨੇ ਕੀ ਗਤ ਕਹੀ ਨਾ ਜਾਏ।